ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਭਗਤ ਕਬੀਰ ਜੀ ਜਾਤ ਕਰਕੇ ਜੁਲਾਹੇ ਸਨ ਤੇ ਭਗਤ ਰਵਿਦਾਸ ਜੀ ਜਾਤ ਕਰਕੇ ਚੁਮਾਰ ਸਨ, ਪਰ ਨਾਮ ਦੇ ਪ੍ਰਤਾਪ ਕਰਕੇ ਚਾਰ ਕੁੰਟਾਂ ਵਿੱਚ ਉਹਨਾਂ ਦਾ ਨਾਮ ਰੌਸ਼ਨ ਹੈ ਔਰ ਵੱਡੇ ਵੱਡੇ ਪੰਡਤ ਭਗਤ ਰਵਿਦਾਸ ਜੀ ਨੂੰ ਨਮਸਕਾਰ ਕਰਦੇ ਰਹੇ, ਜਿਸ ਦੀ ਗਵਾਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੀ ਇਸ ਪ੍ਰਕਾਰ ਮਿਲਦੀ ਹੈ ਕਿ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੋਵੰਤ ਫੇਰੇ, ਅਜੋਂ ਬਨਾਰਸੀ ਆਸ ਪਾਸਾ ਆਚਾਰ ਸਹਿਤ ਬੇਪਰ ਕਰੇ ਡੰਡੌਤ, ਤਿੰਨ ਤਨਾ ਰਵਿਦਾਸ ਦਾਸਨ ਦਾਸਾ। ਗੁਰਬਾਣੀ ਦੇ ਇਸ ਕਥਨ ਉੱਪਰ ਭਗਤ ਰਵਿਦਾਸ ਜੀ ਦੀ ਇੱਕ ਸਾਖੀ ਆਉਂਦੀ ਹੈ। ਇੱਕ ਚਿਤੌਰ ਨਾਮ ਸ਼ਹਿਰ ਦਾ ਰਾਜਾ ਸੀ। ਉਸ ਦੀ ਝਾਲੀ ਨਾਮ ਕਰਕੇ ਰਾਣੀ ਸੀ। ਜਦ ਉਸਨੇ ਸਰੂਪ ਤਰੇ ਠਾਕਰਾਂ ਦੇ ਰਵਿਦਾਸ ਜੀ ਦੇ ਯਸ ਸਮੇਤ ਸਰਵਣ ਕੀਤੇ, ਤਦ ਉਹ ਰਾਣੀ ਰਾਜੇ ਪਾਸੋਂ ਪੁੱਛ ਕੇ ਤੇ 5-10 ਬ੍ਰਾਹਮਣ ਨਾਲ ਲੈ ਕੇ ਭਗਤ ਜੀ ਦੇ ਦਰਸ਼ਨ ਕਰਨ ਵਾਸਤੇ ਆ ਗਈ। ਜਦ ਆ ਕੇ ਭਗਤ ਰਵਿਦਾਸ ਜੀ ਦਾ ਦਰਸ਼ਨ ਕੀਤਾ ਤਾਂ ਦਰਸ਼ਨ ਕਰਦਿਆਂ ਹੀ ਉਸ ਦਾ ਚਿੱਤ ਸ਼ਾਂਤ ਹੋ ਗਿਆ। ਇਸ ਤਰ੍ਹਾਂ ਆਪਣੇ ਚਿੱਤ ਨੂੰ ਸ਼ਾਂਤ ਰੂਪ ਦੇਖ ਕੇ ਉਸ ਝਾਲੀ ਨਾਮ ਰਾਣੀ ਨੇ ਦੋਵੇਂ ਹੱਥ ਜੋੜ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਤੇ ਕਿਹਾ, ਹੇ ਭਗਵਾਨ, ਮੈਨੂੰ ਕਿਰਪਾ ਕਰਕੇ ਉਪਦੇਸ਼ ਕਰੋ। ਜਦ ਐਸੀ ਸ਼ਰਧਾ ਰਾਣੀ ਦੀ ਦੇਖੀ ਤਦ ਭਗਤ ਰਵਿਦਾਸ ਜੀ ਨੇ ਉਸ ਨੂੰ ਉਪਦੇਸ਼ ਦਿੱਤਾ। ਜਦੋਂ ਬ੍ਰਾਹਮਣਾਂ ਨੇ ਰਾਣੀ ਨੂੰ ਭਗਤ ਰਵਿਦਾਸ ਜੀ ਪਾਸੋਂ ਉਪਦੇਸ਼ ਲੈਂਦਿਆਂ ਦੇਖਿਆ ਤਾਂ ਅੰਦਰੋਂ ਬਾਹਰੋਂ ਜਲ ਕੇ ਭਸਮ ਹੋ ਗਏ। ਫਿਰ ਆ ਕੇ ਰਾਜੇ ਨੂੰ ਸਿਖਾਉਣ ਲੱਗੇ, ਹੇ ਰਾਜਾ, ਤੇਰੀ ਰਾਣੀ ਚਮਿਆਰ ਦੀ ਸਿੱਖਿਅਕ ਹੋ ਗਈ ਹੈ। ਸਾਧ ਸੰਗਤ ਜੀ, ਅੱਗੇ ਵੀ ਦਾਸ ਆਪ ਜੀ ਨੂੰ ਕਥਾ ਸਰਵਣ ਕਰਵਾਉਂਦਾ ਹੈ। ਕਈ ਵਾਰੀ ਲਫ਼ਜ਼ ਚਮਿਆਰ ਆ ਜਾਂਦਾ ਹੈ ਤਾਂ ਮੈਂ ਦੇਖਿਆ ਕਈ ਸੰਗਤਾਂ ਨਾਰਾਜ਼ ਹੋ ਜਾਂਦੀਆਂ ਹਨ ਕਿ ਭਗਤ ਰਵਿਦਾਸ ਜੀ ਨੂੰ ਚਮਿਆਰ ਕਿਉਂ ਕਿਹਾ। ਸਾਧ ਸੰਗਤ ਜੀ, ਦਾਸ ਭਗਤ ਰਵਿਦਾਸ ਜੀ ਦੀ, ਭਗਤ ਕਬੀਰ ਜੀ ਦੀ ਤੇ ਸਾਰੇ ਅਵਤਾਰਾਂ ਦੀ ਬਹੁਤ ਹੀ ਇੱਜ਼ਤ ਕਰਦਾ ਹੈ, ਪਰ ਸਮੇਂ ਅਨੁਸਾਰ ਕੁਝ ਨਿੰਦਕ ਲੋਕ ਵੀ ਹੁੰਦੇ ਹਨ ਜਿਹੜੇ ਕਿ ਭਗਤਾਂ ਨੂੰ ਵੀ ਨਹੀਂ ਛੱਡਦੇ। ਇਸ ਲਈ ਅਸੀਂ ਉਹਨਾਂ ਵੱਲੋਂ ਕਹਾਣੀ ਵਿੱਚ ਇਹ ਸ਼ਬਦ ਵਰਤੀਦੇ ਹਨ, ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਦਾਸ ਦਾ ਕੋਈ ਮੰਤਵ ਨਹੀਂ ਹੁੰਦਾ। ਲੋਕਾਂ ਨੇ ਤਾਂ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਛੱਡਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਲੋਕਾਂ ਨੇ ਭੂਤਨਾ ਬੇਤਾਲਾ ਨਾਮ ਦੇ ਕੇ ਪੁਕਾਰਦੇ ਰਹੇ। ਅੱਜ ਦੇ ਯੁੱਗ ਵਿੱਚ ਵੀ ਲੋਕ ਬ੍ਰਹਮ ਗਿਆਨੀਆਂ ਨੂੰ ਨਿੰਦਦੇ ਰਹਿੰਦੇ ਹਨ, ਪਰ ਜਿਹੜਾ ਨਿੰਦਿਆ ਕਰੇਗਾ ਉਹ ਆਪ ਹੀ ਭੋਗੇਗਾ। ਅਸੀਂ ਆਪਣਾ ਕੰਮ ਕਰ ਰਹੇ ਹਾਂ, ਉਹ ਆਪਣਾ ਕੰਮ ਕਰ ਰਹੇ ਹਨ। ਸੋ ਇਸ ਲਈ ਭਗਤ ਰਵਿਦਾਸ ਜੀ ਸਾਡੇ ਲਈ ਸਤਿਕਾਰਯੋਗ ਹਨ। ਸਾਧ ਸੰਗਤ ਜੀ, ਲੋਕ ਤਾਂ ਰੱਬ ਨੂੰ ਵੀ ਨਹੀਂ ਛੱਡਦੇ, ਰੱਬ ਨੂੰ ਵੀ ਨਿੰਦਦੇ ਰਹਿੰਦੇ ਹਨ। ਸੋ ਜਦੋਂ ਬ੍ਰਾਹਮਣਾਂ ਨੇ ਰਾਣੀ ਨੂੰ ਭਗਤ ਰਵਿਦਾਸ ਜੀ ਪਾਸੋਂ ਉਪਦੇਸ਼ ਲੈਂਦਿਆਂ ਵੇਖਿਆ ਤਾਂ ਅੰਦਰੋਂ ਬਾਹਰੋਂ ਜਲ ਕੇ ਭਸਮ ਹੋ ਗਏ। ਫਿਰ ਆ ਕੇ ਰਾਜੇ ਨੂੰ ਸਿਖਾਉਣ ਲੱਗੇ, ਹੇ ਰਾਜਾ, ਤੇਰੀ ਰਾਣੀ ਚਮਿਆਰ ਦੀ ਸਿੱਖਿਅਕ ਹੋ ਗਈ ਹੈ। ਕੋਈ ਵੀ ਗੁਣ ਉਸ ਦਾ ਤੇਰੀ ਰਾਣੀ ਨੇ ਨਹੀਂ ਦੇਖਿਆ, ਐਸੀ ਉਸ ਦੀ ਬੁੱਧੀ ਭ੍ਰਸ਼ਟ ਹੋਈ ਹੈ। ਇਹ ਸੁਣ ਕੇ ਰਾਜਾ ਬਹੁਤ ਕ੍ਰੋਧ ਵਿੱਚ ਆਇਆ ਤੇ ਆਪਣੇ ਮਨ ਵਿੱਚ ਇਹ ਧਾਰਨ ਕੀਤਾ, ਜੋ ਆਉਂਦਿਆਂ ਹੀ ਰਾਣੀ ਨੂੰ ਕਤਲ ਕਰ ਦੇਣਾ ਹੈ। ਛਿਣ ਮਾਤਰ ਵੀ ਦੇਰ ਨਹੀਂ ਕਰਨੀ। ਜਦ ਰਾਜਾ ਨੇ ਸੱਚਮੁੱਚ ਇਹ ਮਨ ਵਿੱਚ ਠਾਣੀ ਤਦ ਉਸ ਰਾਜੇ ਦੇ ਪਾਸ ਜੋ ਬੁੱਧੀਮਾਨ ਪੰਡਿਤ ਸਨ ਉਹ ਰਾਜੇ ਨੂੰ ਸਮਝਾਉਣ ਲੱਗੇ ਕਿ ਹੇ ਰਾਜਾ, ਭਗਤ ਰਵਿਦਾਸ ਜੀ ਬਹੁਤ ਗਿਆਨਵਾਨ ਹਨ, ਜਿਨ੍ਹਾਂ ਦੇ ਹਿੱਤ ਨਦੀ ਵਿੱਚ ਠਾਕੁਰ ਜੀ ਦੇ ਸਰੂਪ ਧਰੇ ਹਨ, ਔਰ ਜੇਕਰ ਤੁਸੀਂ ਉਸ ਦੀ ਪ੍ਰੀਖਿਆ ਕਰਨੀ ਚਾਹੁੰਦੇ ਹੋ ਤਾਂ ਆਪਣੀ ਰਾਣੀ ਵੱਲ ਲਿਖੋ ਕਿ ਅਸੀਂ ਵੀ ਰਵਿਦਾਸ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਾਂ। ਹੇ ਰਾਣੀ, ਤੂੰ ਭਗਤ ਜੀ ਨੂੰ ਆਪਣੇ ਨਾਲ ਹੀ ਲਈ ਆਓ। ਹੇ ਰਾਜਾ, ਜਦ ਉਹ ਤੁਹਾਡੇ ਪਾਸ ਆਵੇਗਾ ਤਦ ਆਪ ਨੇ ਭਗਤ ਜੀ ਦੀ ਪ੍ਰੀਖਿਆ ਕਰ ਲੈਣੀ
ਇਹ ਸੁਣ ਕੇ ਗਿਆਨਵਾਨ ਵਿਪਰਾਂ ਦੇ ਮੁਖ ਤੋਂ ਵੈਸੇ ਹੀ ਰਾਜਾ ਨੇ ਕੀਤਾ। ਜਦ ਰਵਿਦਾਸ ਜੀ ਉਸ ਰਾਜਾ ਦੇ ਨਗਰ ਵਿੱਚ ਆਏ, ਤਦ ਰਾਜਾ ਬਹੁਤ ਆਦਰ ਭਾਵਨਾ ਨਾਲ ਭਗਤ ਜੀ ਨੂੰ ਆਪਣੇ ਘਰ ਲਿਆਇਆ ਅਤੇ ਬੜੇ ਸਵੱਛ ਉੱਤਮ ਮੰਦਰਾਂ ਵਿੱਚ ਡੇਰਾ ਦੇ ਦਿੱਤਾ ਤੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਨ ਲੱਗਾ। ਜਦੋਂ ਪ੍ਰਾਤಃ ਕਾਲ ਦਾ ਸਮਾਂ ਹੋਇਆ, ਤਦ ਸਭਾ ਲਾ ਕੇ ਰਾਜਾ ਨੇ ਭਗਤ ਰਵਿਦਾਸ ਜੀ ਨੂੰ ਸੁਨੇਹਾ ਭੇਜਿਆ। ਜਦ ਭਗਤ ਜੀ ਸਭਾ ਵਿੱਚ ਆਏ, ਤਦ ਉੱਤਮ ਆਸਨ ਤੇ ਬਿਠਾ ਕੇ ਬੜੇ ਆਦਰ ਸਹਿਤ ਹੱਥ ਜੋੜ ਕੇ ਰਾਜਾ ਨੇ ਪ੍ਰਾਰਥਨਾ ਕੀਤੀ ਤੇ ਕਿਹਾ ਕਿ ਹੇ ਮਹਾਰਾਜ, ਅਸਾਂ ਨੇ ਆਪ ਦੀ ਬੜੀ ਮਹਿਮਾ ਸੁਣੀ ਹੈ। ਆਪ ਪਰਿਪੂਰਨ ਗਿਆਨੀ ਹੋ, ਤਾਂ ਤੇ ਅਸਾਂ ਨੇ ਇੱਕ ਸਿੰਘਾਸਨ ਮਹਾਬਰਦਿਵ ਸੋਭਨੀਕ ਰਚਿਆ ਹੈ ਤੇ ਸਾਡੀ ਇੱਛਾ ਹੈ ਜੈਸੇ ਨਦੀ ਤੋਂ ਨਿਕਲ ਕੇ ਪ੍ਰਭੂ ਤੁਹਾਡੇ ਹੱਥ ਤੇ ਆ ਕੇ ਬੈਠੇ ਸਨ, ਤੈਸੇ ਇਸ ਸਿੰਘਾਸਨ ਤੇ ਮੰਦਰ ਤੋਂ ਨਿਕਲ ਕੇ ਠਾਕੁਰ ਜੀ ਆ ਕੇ ਬਿਰਾਜਮਾਨ ਹੋਣ। ਜਿਸ ਸਮੇਂ ਰਾਜਾ ਨੇ ਇਹ ਬਾਤ ਕਹੀ, ਉਸ ਸਮੇਂ ਬਹੁਤ ਸਾਰੇ ਬ੍ਰਾਹਮਣਾਂ ਦੀ ਸਭਾ ਲੱਗੀ ਹੋਈ ਸੀ। ਤਦ ਸਭਨਾਂ ਦੇ ਤਾਈਂ ਰਾਜਾ ਨੇ ਪੁਕਾਰ ਕੇ ਕਿਹਾ, ਹੇ ਬ੍ਰਾਹਮਣੋ, ਤੁਸੀਂ ਵੀ ਆਪੋ ਆਪਣੇ ਠਾਕੁਰ ਨੂੰ ਬੁਲਾਓ ਤਾਂ ਕਿ ਇੱਥੇ ਸਿੰਘਾਸਨ ਤੇ ਆ ਕੇ ਬਿਰਾਜਮਾਨ ਹੋਣ, ਜਿਸ ਕਰਕੇ ਮੇਰੀ ਅਭਿਲਾਖਾ ਪੂਰੀ ਹੋਵੇ। ਇਸ ਪ੍ਰਕਾਰ ਐਸੀ ਬਾਣੀ ਰਾਜੇ ਦੀ ਸੁਣ ਕੇ ਸਾਰੇ ਹੀ ਬ੍ਰਾਹਮਣ ਵੇਦ ਮੰਤਰ ਪੜ੍ਹ ਕੇ ਠਾਕੁਰ ਜੀ ਨੂੰ ਬੁਲਾ ਰਹੇ ਸਨ, ਪਰ ਪ੍ਰੇਮਾ ਭਗਤੀ ਤੋਂ ਬਿਨਾਂ ਕਿਸੇ ਦੇ ਬੁਲਾਏ ਹੋਏ ਠਾਕੁਰ ਜੀ ਨਾ ਆਏ। ਜਦ ਕੋਈ ਠਾਕੁਰ ਵੀ ਉਸ ਸਿੰਘਾਸਨ ਤੇ ਨਾ ਆਏ, ਤਦ ਕੁੱਲ ਬ੍ਰਾਹਮਣ ਮਨ ਹੀ ਮਨ ਸੋਚ ਕੇ ਬਹੁਤ ਸ਼ਰਮਿੰਦੇ ਹੋਏ। ਜਦੋਂ ਇਸ ਪ੍ਰਕਾਰ ਹੋਇਆ, ਤਦ ਭਗਤ ਜੀ ਨੂੰ ਰਾਜੇ ਨੇ ਕਿਹਾ, ਹੇ ਮਹਾਰਾਜ, ਹੁਣ ਆਪ ਜੀ ਕਿਰਪਾ ਕਰਕੇ ਬੰਸੀਧਰ ਸਾਂਵਰੇ ਨੂੰ ਬੁਲਾਓ ਤੇ ਮੇਰੀ ਮਨਸ਼ਾ ਨੂੰ ਆਪ ਅਨੁਗ੍ਰਹਿ ਕਰਕੇ ਪੂਰਨ ਕਰੋ। ਜਿਸ ਵੇਲੇ ਐਸੀ ਪ੍ਰਾਰਥਨਾ ਰਾਜੇ ਨੇ ਭਗਤ ਰਵਿਦਾਸ ਜੀ ਦੇ ਅੱਗੇ ਕੀਤੀ, ਤਦ ਹਰ ਭਗਤ ਸੁਣਦਿਆਂ ਹੀ ਉੱਠ ਕੇ ਤਿਸ ਆਸਨ ਤੇ ਉਸ ਸਿੰਘਾਸਨ ਰਤਨ ਖਚਤ ਉੱਪਰ ਚੌਂਕੜੀ ਮਾਰ ਕੇ ਜਾ ਕੇ ਬੈਠ ਗਏ। ਜਦੋਂ ਭਗਤ ਰਵਿਦਾਸ ਜੀ ਨੂੰ ਉੱਤਮ ਮੁਕਤ ਦੇ ਸਿੰਘਾਸਨ ਤੇ ਬੈਠਾ ਹੋਇਆ ਵਿਪਰਾ ਨੇ ਦੇਖਿਆ, ਤਾਂ ਦੁਸ਼ਟ ਬੁੱਧੀ ਵਾਲੇ ਬ੍ਰਾਹਮਣ ਬੜੇ ਖਿਜੇ ਤੇ ਐਸੇ ਦਿਸਣ ਲੱਗੇ ਕਿ ਬਿਨਾਂ ਪ੍ਰਭੂ ਦੇ ਇਸ ਪ੍ਰਿਅੰਕ ਪਰ ਕੌਣ ਬੈਠੇ। ਦੇਖੋ ਹੇ ਭਾਈ ਜਨੋ, ਹੁਣ ਰਾਜੇ ਦੀ ਮੱਤ ਹਰੀ ਨੇ ਹਰ ਲਈ ਹੈ, ਕਿਉਂਕਿ ਠਾਕੁਰ ਜੀ ਦੇ ਸਿੰਘਾਸਨ ਤੇ ਚਮਾਰ ਨੂੰ ਬੈਠੇ ਦੇਖ ਕੇ ਵਰਜਿਆ ਨਹੀਂ। ਐਸੀ ਐਸੀ ਕੁਬਾਣੀ ਅਨੇਕ ਪ੍ਰਕਾਰ ਦੀ ਨਿੰਦਿਆ ਨਾਲ ਰਲੀ ਹੋਈ ਬ੍ਰਾਹਮਣ ਆਖਦੇ ਰਹੇ ਤੇ ਰਾਜਾ ਨੇ ਆਪਣੀ ਧੀਰਜ ਨਾ ਹਾਰੀ ਤੇ ਭਗਤ ਜੀ ਦੇ ਤਾਈਂ ਵੀ ਕੁਝ ਨਾ ਆਖਿਆ। ਤਾਂ ਐਸੀ ਰਾਜੇ ਦੀ ਗਾੜੀ ਧੀਰਜ ਦੇਖ ਕੇ ਭਗਤ ਜੀ ਹੱਸ ਪਏ ਤੇ ਬ੍ਰਾਹਮਣਾਂ ਦੇ ਕਬੋਲ ਸੁਣ ਕੇ ਹਰੀ ਭਗਤ ਜੀ ਆਪਣੇ ਸਹਿ ਸੁਭਾਅ ਤੋਂ ਚਲਾਇਮਾਨ ਨਾ ਹੋਏ ਔਰ ਬਹੁਤ ਭਗਤੀ ਦੇ ਰਸ ਨਾਲ ਪੂਰਨ ਹੋਏ ਇੱਕ ਬਿਸ਼ਨ ਪਦਾ ਉੱਚੀ ਸੁਰ ਕਰਕੇ ਅਤਿਅੰਤ ਪ੍ਰੇਮ ਨਾਲ ਆਖਿਆ। ਉਸ ਰਵਿਦਾਸ ਭਗਤ ਜੀ ਦਾ ਸ਼ਬਦ ਪ੍ਰੇਮ ਦਾ ਭਰਿਆ ਹੋਇਆ ਸੁਣ ਕੇ ਭਗਤ ਪਰ ਵਾਸਦੇਵ ਜੀ ਪ੍ਰਸੰਨ ਹੋਏ ਔਰ ਜਿਸ ਵਕਤ ਭਗਤ ਰਵਿਦਾਸ ਜੀ ਰਾਜਾ ਦੀ ਸਭਾ ਵਿੱਚ ਆਏ ਸੀ, ਉਸ ਵੇਲੇ ਆਪਣੇ ਠਾਕਰ ਰਾਜਾ ਦੇ ਮਹਿਲ ਵਿੱਚ ਰੱਖ ਆਏ ਸੀ। ਸੋ ਠਾਕਰਾਂ ਨੇ ਜਦੋਂ ਭਗਤ ਰਵਿਦਾਸ ਜੀ ਦਾ ਸ਼ਬਦ ਸੁਣਿਆ, ਉਸੇ ਵੇਲੇ ਮਹਿਲਾਂ ਵਿੱਚੋਂ ਨਿਕਲ ਕੇ ਠਾਕੁਰ ਜੀ ਦੌੜਦੇ ਹੋਏ ਹਰੀ ਭਗਤ ਜੀ ਦੀ ਗੋਦ ਵਿੱਚ ਆ ਬੈਠੇ। ਜਦ ਭਗਤ ਰਵਿਦਾਸ ਜੀ ਦੀ ਗੋਦ ਵਿੱਚ ਠਾਕੁਰ ਜੀ ਨੂੰ ਬੈਠਾ ਹੋਇਆ ਸਭਨਾਂ ਨੇ ਦੇਖਿਆ, ਤਾਂ ਸਾਰੀ ਸਭਾ ਵਿੱਚ ਜੈ ਜੈਕਾਰ ਸ਼ਬਦ ਹੋਇਆ ਤੇ ਸੰਖਾਂ ਦੀ ਬੜੀ ਭਾਰੀ ਧੁਨ ਹੋਈ ਤੇ ਰਾਜਾ ਦੋਵੇਂ ਹੱਥ ਜੋੜ ਕੇ ਕੁੱਲ ਸਭਾ ਸਹਿਤ ਭਗਤ ਰਵਿਦਾਸ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਬਾਰੰਬਾਰ ਨਮਸਕਾਰ ਕਰਕੇ ਭਗਤ ਜੀ ਦਾ ਵੱਡਾ ਭਾਰਾ ਆਦਰ ਸਨਮਾਨ ਕੀਤਾ। ਇਸ ਪ੍ਰਕਾਰ ਜਦੋਂ ਆਦਰ ਹੁੰਦਾ ਬ੍ਰਾਹਮਣਾਂ ਨੇ ਦੇਖਿਆ, ਤਦ ਮਨ ਵਿੱਚ ਬਹੁਤ ਲੱਜਿਆਵਾਨ ਹੋਏ ਤੇ ਜੋ ਰਾਣੀ ਝਾਲੀ ਸੀ, ਉਹ ਆਪਣੇ ਸਤਿਗੁਰਾਂ ਦਾ ਸਨਮਾਨ ਹੁੰਦਾ ਦੇਖ ਕੇ ਬੜੀ ਖੁਸ਼ ਹੋਈ ਤੇ ਫਿਰ ਘਰ ਆ ਕੇ ਬੜਾ ਭਾਰੀ ਉਤਸਵ ਕੀਤਾ। ਇਸ ਦੇ ਬਾਅਦ ਕਈ ਪ੍ਰਕਾਰ ਦਾ ਪਕਵਾਨ ਬਣਾ ਕੇ ਸਾਰੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ। ਜਦ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਪੰਗਤ ਵਿੱਚ ਗਏ, ਤਾਂ ਅੱਗੇ ਕੰਗਲਿਆਂ ਦੀ ਭਰੀ ਹੋਈ ਬੈਠੀ ਪੰਗਤ ਨੂੰ ਦੇਖ ਕੇ ਬੜੇ ਗੁੱਸੇ ਵਿੱਚ ਆਏ। ਜਦ ਸ਼ੂਦਰਾਂ ਦੀ ਭਰੀ ਹੋਈ ਪੰਗਤ ਬ੍ਰਾਹਮਣਾਂ ਨੇ ਦੇਖੀ, ਤਦ ਤਰਕ ਖਾ ਕੇ ਜਾਤੀ ਅਭਿਮਾਨ ਵਾਲਿਆਂ ਚੁਮਾਰ ਦਾ ਨਿਉਂਦਾ ਜਾਣ ਕੇ ਪੰਗਤ ਵਿੱਚ ਪ੍ਰਵੇਸ਼ ਨਾ ਕੀਤਾ। ਜਦ ਰਵਿਦਾਸ ਜੀ ਨੇ ਬ੍ਰਾਹਮਣਾਂ ਨੂੰ ਪੰਗਤ ਵਿੱਚ ਨਾ ਪ੍ਰਵੇਸ਼ ਕਰਦਿਆਂ ਦੇਖਿਆ,
ਤਦ ਰਾਜਾ ਨੂੰ ਭਗਤ ਜੀ ਨੇ ਕਿਹਾ, ਹੇ ਰਾਜਾ, ਜਿਹੜੇ ਬ੍ਰਾਹਮਣ ਪੰਗਤ ਵਿੱਚ ਰਲ ਕੇ ਭੋਜਨ ਨਹੀਂ ਛਕਦੇ, ਉਹਨਾਂ ਦੇ ਘਰ ਸਭ ਸਮੱਗਰੀ ਸੀਧੇ ਦੀ ਮਿਲਾ ਕੇ ਭੇਜ ਦਿਓ। ਇਹ ਸੁਣ ਕੇ ਰਾਜਾ ਤੇ ਰਾਣੀ ਭਗਤ ਜੀ ਦੇ ਮੁਖਾਰਬਿੰਦ ਤੋਂ ਉਸੇ ਵੇਲੇ ਸਭ ਸਮੱਗਰੀ ਇਕੱਠੀ ਕਰਕੇ ਬ੍ਰਾਹਮਣਾਂ ਦੇ ਘਰ ਦਾਸੀ ਦੇ ਹੱਥ ਭੇਜ ਦਿੱਤੀ ਤੇ ਨਾਲ ਹੀ ਕਈ ਪ੍ਰਕਾਰ ਦੀ ਪ੍ਰਾਰਥਨਾ ਵੀ ਬ੍ਰਾਹਮਣਾਂ ਨੂੰ ਕਹਿ ਭੇਜੀ। ਤਦ ਬ੍ਰਾਹਮਣਾਂ ਨੇ, ਜੋ ਬਹੁਤ ਹਠੀ ਪੁਰਸ਼ ਅਭਿਮਾਨ ਦੇ ਭਰੇ ਹੋਏ ਸਨ, ਰਸਦ ਨੂੰ ਦੇਖ ਕੇ ਫੇਰ ਵੀ ਨਾ ਕੀਤੀ। ਜਦ ਉਹ ਦਾਸ ਸਿੱਧਾ ਫੇਰ ਕੇ ਮੁੜ ਰਾਜਾ ਦੇ ਪਾਸ ਆਏ, ਤਦ ਆਪ ਪ੍ਰਭੂ ਵਾਸਦੇਵ ਭਗਤਾਂ ਦਾ ਆਗਿਆਕਾਰੀ ਇੱਕ ਪੁਰਸ਼ ਦਾ ਰੂਪ ਧਾਰ ਕੇ ਦੇਵਤਾ ਰੂਪੀ ਦਾਸ ਸਾਥ ਕਰਕੇ ਕਈ ਪ੍ਰਕਾਰ ਦਾ ਸਿੱਧਾ ਚੁਕਾ ਕੇ ਬਹੁਤ ਨਿਮਰਤਾ ਨਾਲ ਬ੍ਰਾਹਮਣਾਂ ਨੂੰ ਦਿੱਤਾ। ਜਦ ਬ੍ਰਾਹਮਣਾਂ ਨੇ ਆਪਣੇ ਹੱਥੀਂ ਭੋਜਨ ਬਣਾਇਆ ਤੇ ਸਾਰੀ ਸੰਗਤ ਮਿਲ ਕੇ ਭੋਜਨ ਸੇਵਣ ਲੱਗੀ, ਤਾਂ ਰਵਿਦਾਸ ਜੀ ਦੇ ਸਰੂਪਾਂ ਦੇ ਵਿਚਕਾਰ ਅਨੇਕ ਰੂਪ ਧਾਰ ਕੇ ਜਾ ਕੇ ਬੈਠ ਗਏ। ਜਦ ਸੱਜੇ ਖੱਬੇ ਵੱਲ ਬ੍ਰਾਹਮਣਾਂ ਨੇ ਦੇਖਿਆ, ਤਦ ਜਿੱਥੇ ਕਿੱਥੇ ਰਵਿਦਾਸ ਹੀ ਰਵਿਦਾਸ ਆਪਣੇ ਗੋਡੇ ਨਾਲ ਗੋਡਾ ਲਾਈ ਪੰਗਤ ਵਿੱਚ ਬੈਠੇ ਨਜ਼ਰ ਆਉਣ। ਇਹ ਅਸਚਰਜ ਦੇਖ ਕੇ ਬ੍ਰਾਹਮਣ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ ਕਿ ਚੁਮਾਰ ਸਾਡੇ ਨਾਲ ਮਿਲ ਕੇ ਭੋਜਨ ਪਾਉਂਦਾ ਰਿਹਾ ਹੈ। ਫਿਰ ਇਸ ਕੌਤਕ ਨੂੰ ਦੇਖ ਸਭਨਾਂ ਦੇ ਮਨ ਵਿੱਚ ਇਹ ਪੱਕੀ ਪ੍ਰਤੀਤ ਹੋ ਗਈ ਕਿ ਭਗਤ ਰਵਿਦਾਸ ਜੀ ਤੇ ਪ੍ਰਭੂ ਇੱਕ ਰੂਪ ਹਨ, ਇਸ ਵਿੱਚ ਭੇਦਭਾਵ ਕੁਝ ਵੀ ਨਹੀਂ। ਇਹ ਨਿਸ਼ਚੈ ਕਰਕੇ ਬਹੁਤ ਸਾਰੇ ਬ੍ਰਾਹਮਣ ਭਗਤ ਰਵਿਦਾਸ ਜੀ ਦੇ ਸਿੱਖ ਹੋ ਗਏ ਤੇ ਆਪਣੇ ਮਨ ਦੀ ਖੋਟੀ ਮਨਸ਼ਾ ਤਿਆਗ ਕੇ ਬ੍ਰਾਹਮਣਾਂ ਨੇ ਪ੍ਰਾਰਥਨਾ ਕੀਤੀ ਕਿ ਹੇ ਭਗਵਾਨ, ਆਪ ਵਿੱਚ ਤੇ ਪ੍ਰਭੂ ਵਿੱਚ ਭੇਦਭਾਵ ਕੁਝ ਨਹੀਂ, ਪਰ ਆਪ ਨੇ ਯਗਯੋਪਵੀਤ ਕਿਉਂ ਨਹੀਂ ਧਾਰਨ ਕੀਤਾ ਹੋਇਆ? ਇਹ ਸਾਡਾ ਸੰਸਾ ਕਿਰਪਾ ਕਰਕੇ ਨਿਵਾਰਨ ਕਰੋ। ਜਦ ਬ੍ਰਾਹਮਣਾਂ ਨੇ ਕਿਹਾ, ਤਦ ਰਵਿਦਾਸ ਜੀ ਨੇ ਆਪਣੇ ਨਹੁੰਆਂ ਨਾਲ ਖਲੜੀ ਵਿੱਚੋਂ ਸੋਨੇ ਦਾ ਜੰਜੂ ਪਿਆ ਹੋਇਆ ਕੱਢ ਕੇ ਦਿਖਾਇਆ। ਤਦ ਐਸੀ ਅਸਚਰਜ ਬਾਤ ਦੇਖ ਕੇ ਸਾਰੇ ਬ੍ਰਾਹਮਣ ਨਮਸਕਾਰ ਕਰਨ ਲੱਗੇ। ਫਿਰ ਹੱਥ ਜੋੜ ਕੇ ਸਿਰ ਝੁਕਾਇਆ, ਆਪੋ ਆਪਣੇ ਆਸ਼ਰਮਾਂ ਨੂੰ ਚਲੇ ਗਏ। ਤੇ ਝਾਲੀ ਨਾਮ ਰਾਣੀ ਨੂੰ ਵੀ ਆਪਣੇ ਗੁਰਾਂ ਦਾ ਬੜਾ ਪ੍ਰਤਾਪ ਦੇਖ ਕੇ ਬੜੀ ਭਾਰੀ ਖੁਸ਼ੀ ਹੋਈ। ਸਾਧ ਸੰਗਤ ਜੀ, ਨਾਮ ਦੇ ਪ੍ਰਤਾਪ ਨਾਲ ਵੱਡੇ ਵੱਡੇ ਬ੍ਰਾਹਮਣ ਵੀ ਭਗਤ ਰਵਿਦਾਸ ਜੀ ਦੀ ਚਰਨੀ ਪਏ ਤੇ ਸਾਰੇ ਸੰਸਾਰ ਵਿੱਚ ਭਗਤ ਰਵਿਦਾਸ ਜੀ ਦਾ ਯਸ਼ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।